ਗੁੱਡ ਮਾਰਨਿੰਗ 5th ਕਲਾਸ ਸਟੂਡੈਂਟਸ ਬੇਟੇ। ਅੱਜ ਆਪਾਂ ਕਲਾਸ ਦੇ ਵਿੱਚ ਨੈਕਸਟ ਵਰਕ ਕਰਾਂਗੇ ਜੋ ਰੀਡਰ ਦਾ ਚਿੜੀਆ ਘਰ ਕਵਿਤਾ। ਪ੍ਰੀਵੀਅਸ ਕਲਾਸ ਦੇ ਵਿੱਚ ਬੇਟੇ ਮੈਂ ਤੁਹਾਨੂੰ ਰੁੱਖਾਂ ਦੀ ਮਹੱਤਤਾ, ਆਪਣਾ ਜੋ ਚੈਪਟਰ ਸੀਗਾ ਆਓ ਰਲਮੀ ਰੁੱਖ ਲਗਾਈਏ, ਉਸ ਦਾ ਟੌਪਿਕ ਸੀ ਬੱਚੇ ਲੇਖ ਰੁੱਖਾਂ ਦੀ ਮਹੱਤਤਾ, ਉਹ ਕਰਵਾਇਆ ਸੀ। ਮੈਨੂੰ ਉਮੀਦ ਆ ਤੁਸੀਂ ਉਹ ਆਪਣਾ ਕਰ ਲਿਆ ਹੋਵੇਗਾ। ਅੱਜ ਬੱਚੇ ਆਪਾਂ ਚਿੜੀਆ ਘਰ ਕਵਿਤਾ ਕਰਨ ਜਾ ਰਹੇ ਹਾਂ। ਤਾਂ ਦੇਖੋ ਬੇਟੇ ਤਸਵੀਰ ਦੇ ਵਿੱਚ ਚਿੜੀਆ ਘਰ ਦੀ ਬੇਟਾ ਤਸਵੀਰ ਦਿਖਾਈ ਗਈ ਹੈ। ਤਾਂ ਸਾਰੇ ਬੱਚੇ ਦੇਖੋ, ਸਾਰੇ ਜਾਨਵਰ ਚਿੜੀਆ ਘਰ ਦੀ ਤਰ੍ਹਾਂ ਦਿਖਾਏ ਗਏ ਨੇ। ਠੀਕ ਹੈ, ਚਲੋ ਆਪਾਂ ਕਵਿਤਾ ਰੀਡ ਕਰਦੇ ਹਾਂ। ਆਓ ਸਾਰੇ ਬਾਲ ਛੱਤ ਬੀੜ ਚੱਲੀਏ, ਹਾਣੀਆਂ ਦੇ ਨਾਲ ਅੱਗੇ ਹੋ ਕੇ ਰਲੀਏ। ਤਾਂ ਇਹਦੇ ਵਿੱਚ ਬੇਟਾ ਕਵੀ ਕੀ ਕਹਿੰਦਾ ਹੈ ਕਿ ਸਾਰੇ ਬਾਲ ਬੱਚੇ, ਬਾਲ ਹੁੰਦਾ ਬੱਚੇ, ਠੀਕ ਹੈ, ਬੱਚਿਆਂ ਨੂੰ ਕੀ ਕਹਿੰਦਾ ਵੀ ਮਤਲਬ ਆਓ ਅਸੀਂ ਸਾਰੇ ਰਲ ਕੇ ਛੱਤ ਬੀੜ ਚੱਲੀਏ ਅਤੇ ਆਪਣੇ ਸਾਥੀਆਂ ਦੇ ਨਾਲ ਅੱਗੇ ਹੋ ਕੇ ਰਲ ਜਾਈਏ। ਠੀਕ ਹੈ, ਉਸ ਤੋਂ ਅੱਗੇ ਦੇਖੋ, ਰੱਖਾਂ ਵਿੱਚ ਸ਼ੇਰ, ਬਾਂਦਰ ਪਿੰਜਰੇ 'ਚ ਬੰਦ, ਜੰਗਲਾਂ ਦੇ ਜੀਵ ਕਿਵੇਂ ਮਾਣਦੇ ਆਨੰਦ। ਕਵੀ ਕਹਿੰਦਾ ਕਿ ਰੱਖਾਂ ਵਿੱਚ ਸ਼ੇਰਾਂ ਨੂੰ ਰੱਖਿਆ ਗਿਆ ਹੈ। ਠੀਕ ਹੈ, ਰੱਖ ਹੁੰਦੇ ਆ ਬੇਟਾ ਛੋਟੇ ਛੋਟੇ ਜੰਗਲ, ਠੀਕ ਹੈ, ਉਹਨਾਂ ਦੇ ਵਿੱਚ ਕੀ ਹੈ, ਸ਼ੇਰਾਂ ਨੂੰ ਰੱਖਿਆ ਗਿਆ ਹੈ, ਅਤੇ ਬਾਂਦਰਾਂ ਨੂੰ ਕੀ ਹੈ, ਪਿੰਜਰਿਆਂ ਦੇ ਵਿੱਚ ਬੰਦ ਕੀਤਾ ਗਿਆ, ਕੈਦ ਕੀਤਾ ਗਿਆ। ਤਾਂ ਦੇਖੋ ਇਹ ਜੰਗਲ ਦੇ ਵਿੱਚ ਸਾਰੇ ਜਾਨਵਰ ਕਿਵੇਂ ਖੁਸ਼ੀ ਮਾਣ ਰਹੇ ਨੇ। ਆਨੰਦ ਹੁੰਦਾ ਖੁਸ਼ੀ, ਠੀਕ ਹੈ, ਖੁਸ਼ੀ ਮਾਣ ਰਹੇ ਨੇ ਕਿਸ ਤਰ੍ਹਾਂ। ਬਣਮਾਨਸ ਵੇਖੋ ਸਾਡੇ ਵਾਂਗ ਚੱਲਦਾ, ਕੱਢਦਾ ਆਵਾਜ਼ ਜਿਵੇਂ ਢੋਲ ਵੱਜਦਾ। ਬਣਮਾਨਸ ਬੇਟਾ ਇੱਕ ਮਨੁੱਖ ਦੀ ਸ਼ਕਲ ਵਰਗਾ ਇੱਕ ਜਾਨਵਰ ਹੁੰਦਾ ਹੈ ਜੋ ਜਿਸ ਨੂੰ ਗੁਰੀਲਾ ਕਿਹਾ ਜਾਂਦਾ ਹੈ। ਠੀਕ ਹੈ, ਕਹਿੰਦੇ ਵੀ ਉਹ ਦੇਖੋ ਵੀ ਮਤਲਬ ਉਹ ਸਾਡੇ ਵਾਂਗ ਚੱਲਦਾ ਹੈ। ਠੀਕ ਹੈ, ਅਤੇ ਉਹ ਇਸ ਤਰ੍ਹਾਂ ਆਵਾਜ਼ਾਂ ਕੱਢਦਾ ਜਿਵੇਂ ਢੋਲ ਵੱਜਦਾ ਹੋਵੇ। ਹਿਰਨਾਂ ਦੀ ਡਾਰ ਭਰੇ ਚੁੰਗੀਆਂ ਪਈ, ਹਰਾ ਭਰਾ ਚਾਰਾ ਨਾਲੇ ਡਰ ਕੋਈ ਨਹੀਂ। ਹੁਣ ਦੇਖੋ ਇਹਦੀ ਤਸਵੀਰ ਦੇ ਵਿੱਚ ਵੀ ਦੇਖੋ ਹਿਰਨ, ਠੀਕ ਹੈ, ਕਹਿੰਦੇ ਵੀ ਹਿਰਨਾਂ ਦੀ ਡਾਰ ਮਤਲਬ ਹਿਰਨਾਂ ਦੀ ਕਤਾਰ ਹੈ, ਜਿਹੜੇ ਕਈ ਹਿਰਨ ਇਕੱਠੇ ਹੋ ਕੇ ਜਦੋਂ ਜਾਂਦੇ ਨੇ। ਠੀਕ ਹੈ, ਚੁੰਗੀਆਂ ਭਰਨਾ ਹੁੰਦਾ ਬੇਟਾ ਛਲਾਂਗਾ ਮਾਰਨਾ। ਠੀਕ ਹੈ, ਹਿਰਨਾਂ ਦਾ ਛਲਾਂਗਾ ਮਾਰਨਾ। ਹਿਰਨਾਂ ਦੀ ਡਾਰ ਹੈ ਜਿਹੜੀ ਕਤਾਰ ਹੈ ਉਹ ਛਲਾਂਗਾ ਮਾਰ ਰਹੀ ਹੈ। ਠੀਕ ਹੈ, ਉਛਲ ਉਛਲ ਕੇ, ਅਤੇ ਨਾਲ ਕੀ ਉਹ ਹਰਾ ਚਾਰਾ ਖਾ ਰਹੀ ਹੈ, ਅਤੇ ਉਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਨਹੀਂ ਜਦੋਂ ਵੀ ਉਹ ਕਿਸੇ ਦੀ ਜ਼ਮੀਨ 'ਚੋਂ ਲੰਘਦੇ ਆ। ਠੀਕ ਹੈ, ਵੀ ਮਤਲਬ ਛਲਾਂਗਾ ਮਾਰਦੇ ਮਾਰਦੇ ਅੱਗੇ ਲੰਘੀ ਜਾਂਦੇ ਨੇ, ਅਤੇ ਨਾਲੇ ਕੀ ਆ ਉਹਨਾਂ ਦਾ ਮਤਲਬ ਹਰਾ ਚਾਰਾ, ਜਿਹੜੇ ਹਰੇ ਪੱਠੇ ਵਗੈਰਾ ਜੋ ਵੀ ਹੁੰਦਾ ਹੈ ਉਹ ਖਾਂਦੇ ਜਾਂਦੇ ਨੇ। ਠੀਕ ਹੈ, ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ। ਮਗਰਮੱਛ ਵੇਖੋ ਕੋਸੀ ਧੁੱਪ ਸੇਕਦੇ, ਇਹ ਵੀ ਸਾਡੇ ਵੱਲ ਲੁੱਕ ਛਿਪ ਵੇਖਦੇ। ਹੁਣ ਇਹਦੇ ਵਿੱਚ ਕੀ ਕਹਿੰਦਾ ਕਵੀ, ਹੁਣ ਦੇਖੋ ਮਗਰਮੱਛ ਹੈ, ਠੀਕ ਹੈ, ਇਹ ਵਾਲਾ ਮਗਰਮੱਛ ਹੈ। ਮਗਰਮੱਛ ਵੀ ਕਹਿੰਦੇ ਵੀ ਮਤਲਬ ਕੋਸੀ ਮਤਲਬ ਹੁੰਦਾ ਨਿੱਗੀ ਨਿੱਗੀ, ਠੀਕ ਹੈ, ਨਿੱਗੀ ਨਿੱਗੀ ਧੁੱਪ ਨੂੰ ਕੀ ਆ ਸੇਕਦੇ ਨੇ, ਅਤੇ ਉਹ ਕੀ ਆ ਲੁੱਕ ਛਿਪ ਕੇ ਸਾਡੇ ਵੱਲ ਵੇਖਦੇ ਨੇ। ਠੀਕ ਹੈ, ਨਾਲੇ ਤਾਂ ਉਹ ਧੁੱਪ ਸੇਕਦੇ ਰਹੇ ਹੁੰਦੇ ਨੇ, ਨਾਲੇ ਕੀ ਆ ਆਪਾਂ ਜਦੋਂ ਵੇਖਣ ਜਾਂਦੇ ਹਾਂ, ਠੀਕ ਹੈ, ਸਾਰੇ ਜਾਨਵਰ ਹੀ ਦੇਖਦੇ ਹੁੰਦੇ ਨੇ। ਤਾਂ ਇਹ ਮਗਰਮੱਛ ਨੂੰ ਕਹਿੰਦੇ ਵੀ ਲੁੱਕ ਛਿਪ ਕੇ ਕੀ ਆ ਸਾਡੇ ਵੱਲ ਨੂੰ ਵੇਖਦੇ ਨੇ। ਬਾਗ ਤੇ ਬਘੇਲੇ ਵੇਖ ਡਰ ਜਾਈਦਾ, ਭੁੱਲ ਕੇ ਨਾ ਪਿੰਜਰੇ 'ਚ ਹੱਥ ਪਾਈਦਾ। ਬਾਗ ਬਘੇਲੇ ਬੇਟਾ, ਬਾਗ ਹੁੰਦਾ ਚੀਤਾ, ਠੀਕ ਹੈ, ਸ਼ੇਰ ਚੀਤੇ, ਤਾਂ ਉਹਨਾਂ ਨੂੰ ਕੀ ਹੈ ਵੇਖ ਕੇ ਹੀ ਡਰ ਜਾਈਦਾ ਹੈ। ਠੀਕ ਹੈ, ਦੇਖ ਕੇ ਡਰ ਲੱਗਣ ਲੱਗ ਜਾਂਦਾ ਹੈ, ਅਤੇ ਭੁੱਲ ਕੇ ਵੀ ਮਤਲਬ ਕਦੇ ਵੀ ਭੁੱਲ ਕੇ ਵੀ ਉਹਨਾਂ ਦੇ ਪਿੰਜਰੇ 'ਚ ਹੱਥ ਨਹੀਂ ਪਾਉਣਾ ਚਾਹੀਦਾ। ਠੀਕ ਹੈ, ਤਾਂ ਉਹਨਾਂ ਨੂੰ ਆਪਾਂ ਨੂੰ ਕੀ ਆ ਵੇਖ ਕੇ ਡਰ ਲੱਗਦਾ, ਅਤੇ ਪਰ ਗਲਤੀ ਨਾਲ ਵੀ ਕਦੇ ਉਹਨਾਂ ਦੇ ਪਿੰਜਰੇ 'ਚ ਹੱਥ ਨਹੀਂ ਕਰਨਾ ਚਾਹੀਦਾ। 12 ਸਿੰਘੇ ਵੇਖ ਕਥਾ ਯਾਦ ਆਮਦੀ, ਸੋਹਣੀ ਉਹ ਚੀਜ਼ ਜਿਹੜੀ ਕੰਮ ਆਮਦੀ। 12 ਸਿੰਘਿਆਂ ਦੀ ਕਵਿਤਾ ਬੇਟਾ ਇੱਕ ਕਹਾਣੀ ਹੈ। ਠੀਕ ਹੈ, ਵੀ ਮਤਲਬ ਇਹਦੇ ਸਿੰਘ ਤਾਂ ਬਹੁਤ ਸੋਹਣੇ ਆ। ਠੀਕ ਹੈ, ਉਸ 'ਤੇ ਇੱਕ ਕਹਾਣੀ ਬਣੀ ਹੋਈ ਆ। ਕਹਿੰਦੇ 12 ਸਿੰਘੇ ਵੇਖ ਕਥਾ ਯਾਦ ਆਮਦੀ, 12 ਸਿੰਘੇ ਨੂੰ ਵੇਖ ਕੇ, ਠੀਕ ਹੈ, ਇੱਕ ਕਹਾਣੀ ਯਾਦ ਆ ਜਾਂਦੀ ਆ ਕਿ ਉਹੀ ਚੀਜ਼ ਖੂਬਸੂਰਤੀ ਹੁੰਦੀ ਆ ਜਿਹੜੀ ਮੌਕੇ ਸਿਰ ਕੰਮ ਆਵੇ। ਠੀਕ ਹੈ, ਸੋਹਣੀ ਉਹ ਚੀਜ਼ ਜਿਹੜੀ ਕੰਮ ਆਉਂਦੀ, ਵੀ ਜਿਹੜੀ ਮੌਕੇ 'ਤੇ ਕੰਮ ਆਵੇ। ਕਹਾਣੀ ਤੁਸੀਂ ਸੁਣੀ ਹੋਏਗੀ ਬੇਟਾ ਵੀ ਉਹਦੇ ਸਿੰਘ ਸੀ ਜਿਹੜੇ ਬਹੁਤ ਸੋਹਣੇ ਸੀਗੇ। ਠੀਕ ਹੈ, ਪਰ ਉਹਦੀਆਂ ਲੱਤਾਂ ਸੀ ਜਿਹੜੀਆਂ ਉਹ ਭੱਦੀਆਂ ਸੀ। ਉਹਨੂੰ ਕੀ ਸੀ, ਆਪਦੀਆਂ ਲੱਤਾਂ ਦੇਖ ਕੇ ਦੁੱਖ ਹੁੰਦਾ ਸੀ, ਪਰ ਕੀ ਸੀ ਬੇਟਾ ਉਹਦੇ ਸਿੰਘ ਸੀ ਜਿਹੜੇ ਉਹ ਉੱਥੇ ਝਾੜੀਆਂ ਦੇ ਵਿੱਚ ਫਸ ਗਏ। ਠੀਕ ਹੈ, ਅਤੇ ਉਸ ਕਰਕੇ ਉਹ ਕੀ ਆ ਮਤਲਬ ਉੱਥੋਂ ਨਿਕਲ ਨਾ ਸਕਿਆ, ਜਿਸ ਨੂੰ ਵੀ ਮਤਲਬ ਪਿੱਛੇ ਉਹਨਾਂ ਦੇ ਜੋ ਵੀ ਜਾਨਵਰ ਲੱਗੇ ਸੀਗੇ, ਠੀਕ ਹੈ, ਸ਼ੇਰ ਵਗੈਰਾ ਕੁੱਤੇ ਜੋ ਵੀ ਸੀਗੇ, ਉਹ ਕੀ ਆ ਉਹਨਾਂ ਨੂੰ ਖਾ ਗਏ ਸੀ। ਇਸ ਕਰਕੇ ਕਹਿੰਦੇ ਸੋਹਣੀ ਉਹ ਚੀਜ਼ ਜਿਹੜੀ ਕੰਮ ਆਉਂਦੀ। ਠੀਕ ਹੈ, ਤੋਂ ਅੱਗੇ ਦੇਖੋ, ਲੱਕੜ ਬੱਗਾ ਨਹੀਂਓ ਸਾਡੇ ਵੱਲ ਤੱਕਦਾ, ਆਖਦਾ ਸੀ ਤਾਇਆ ਇਹ ਤਾਂ ਬੱਚੇ ਚੱਕਦਾ। ਤਾਂ ਇਹਦੇ ਵਿੱਚ ਦੇਖੋ ਬੇਟਾ ਕਵੀ ਕਹਿੰਦਾ ਕਿ ਜਿਹੜਾ ਲੱਕੜ ਬੱਗਾ ਜਾਨਵਰ ਹੁੰਦਾ ਹੈ ਉਹ ਸਾਡੇ ਵੱਲ ਦੇਖਦਾ ਨਹੀਂ ਹੁੰਦਾ। ਠੀਕ ਹੈ, ਹੁਣ ਉਹਨਾਂ ਨੇ ਤਾਏ ਦਾ ਜ਼ਿਕਰ ਕੀਤਾ ਇਹਦੇ ਵਿੱਚ, ਕਹਿੰਦੇ ਵੀ ਸਾਡਾ ਤਾਇਆ ਜਿਹੜਾ ਉਹ ਸਾਨੂੰ ਕਹਿੰਦਾ ਹੁੰਦਾ ਸੀਗਾ, ਠੀਕ ਹੈ, ਕਿ ਇਹ ਬੱਚੇ ਚੁੱਕ ਕੇ ਲੈ ਜਾਂਦਾ ਹੈ। ਇਹ ਬੇਟਾ ਇੱਕ ਕੁੱਤੇ ਵਰਗਾ ਜਾਨਵਰ ਹੁੰਦਾ ਹੈ। ਠੀਕ ਹੈ, ਜਿਵੇਂ ਕੁੱਤਾ ਹੁੰਦਾ ਨਾ ਉਸ ਤਰ੍ਹਾਂ ਦਾ ਹੀ ਬਣਿਆ ਹੁੰਦਾ ਹੈ ਵੀ। ਕਹਿੰਦੇ ਵੀ ਮਤਲਬ ਸਾਡੇ ਵੱਲ
ਐਵੇਂ ਦੇਖਦਾ ਹੈ ਤੇ ਤਾਇਆ ਸਾਨੂੰ ਕਹਿੰਦਾ ਹੁੰਦਾ ਸੀਗਾ ਕਿ ਇਹ ਬੱਚੇ ਚੱਕਦਾ ਹੈ। ਨਿੱਕੇ ਜਿਹੇ ਛੰਭ ਵਿੱਚ ਹੰਸ ਤਰਦੇ, ਕੈਦ ਨੇ ਵਿਚਾਰੇ ਨਾ ਉਡਾਰੀ ਭਰਦੇ। ਛੰਭ ਹੁੰਦਾ ਬੇਟੇ ਤਲਾਬ, ਠੀਕ ਹੈ, ਛੱਪੜ ਜਾਂ ਤਲਾਬ। ਤਾਂ ਕਹਿੰਦਾ ਕਵੀ ਕਹਿੰਦਾ ਕਿ ਛੱਤ ਬੀੜ ਦੇ ਚਿੜੀਆ ਘਰ ਦੇ ਵਿੱਚ ਜਾਨਵਰਾਂ ਨੇ ਜਿਹੜੇ ਉਹ ਕੀ ਨੇ, ਉੱਥੇ ਇੱਕ ਛੋਟਾ ਜਿਹਾ ਤਲਾਅ ਹੈ, ਠੀਕ ਹੈ, ਇਸ ਦੇ ਵਿੱਚ ਹੰਸ ਕੀ ਹੈ ਤਰ ਰਹੇ ਹੁੰਦੇ ਨੇ ਤੇ ਉਹ ਵਿਚਾਰੇ ਕੀ ਹੈ ਕੈਦ ਨੇ, ਨਾ ਹੀ ਉਹ ਉੱਡ ਸਕਦੇ ਨੇ। ਸੁਨਹਿਰੀ ਚੁੰਝ ਵਾਲੀ ਮੈਣਾ ਹੈ ਪਹਾੜ ਦੀ, ਸੁਨੇਹਾ ਕੋਈ ਦੇਵੇ ਮੈਨੂੰ ਆਵਾਜ਼ ਮਾਰਦੀ। ਹੁਣ ਦੇਖੋ ਕਹਿੰਦੇ ਸੁਨਹਿਰੀ ਚੁੰਝ ਹੁੰਦੀ ਸੋਨੇ ਰੰਗੀ ਚੁੰਝ, ਠੀਕ ਹੈ, ਮੈਨੂੰ ਕੋਈ ਮੈਣਾ ਹੈ ਸੁਨਹਿਰੀ ਚੁੰਝ ਵਾਲੀ ਮੈਣਾ ਹੈ ਪਹਾੜ ਦੀ। ਕਹਿੰਦੇ ਵੀ ਇੱਕ ਸੁਨਹਿਰੀ ਚੁੰਝ ਵਾਲੀ ਇੱਕ ਮੈਣਾ ਹੈ, ਠੀਕ ਹੈ, ਤਾਂ ਉਹ ਇੰਝ ਲੱਗ ਰਹੀ ਹੈ ਜਿਵੇਂ ਆਵਾਜ਼ ਮਾਰ ਕੇ ਕੋਈ ਸੁਨੇਹਾ ਦੇ ਰਹੀ ਹੋਵੇ। ਉਸ ਤੋਂ ਅੱਗੇ ਦੇਖੋ, ਅੱਧ ਸੁੱਤਾ ਉੱਲੂ ਸਾਡੇ ਵੱਲ ਝਾਕਦਾ, ਮਨ ਵਿੱਚ ਇਹ ਵੀ ਸਾਨੂੰ ਉੱਲੂ ਆਖਦਾ। ਹੁਣ ਜਿਹੜਾ ਉੱਲੂ ਹੁੰਦਾ ਹੈ, ਠੀਕ ਹੈ, ਅੱਧ ਸੁੱਤਾ ਮਤਲਬ ਜੋ ਚੰਗੀ ਤਰ੍ਹਾਂ ਸੁੱਤਾ ਨਹੀਂ ਹੁੰਦਾ, ਠੀਕ ਹੈ, ਉਹ ਕਹਿੰਦੇ ਵੀ ਮਤਲਬ ਉਹ ਵੀ ਕੀ ਆ ਸਾਡੇ ਵੱਲ ਝਾਕਦਾ ਮਤਲਬ ਦੇਖਦਾ ਹੈ, ਠੀਕ ਹੈ। ਕਹਿੰਦੇ ਵੀ ਜੋ ਉਹ ਸਾਨੂੰ ਕੀ ਆ, ਉਹ ਵੀ ਸਾਨੂੰ ਆਪਣੇ ਮਨ ਦੇ ਵਿੱਚ ਉੱਲੂ ਹੀ ਕਹਿ ਰਿਹਾ ਹੋਵੇਗਾ, ਠੀਕ ਹੈ। ਉਹ ਅੱਧ ਸੁੱਤੀਆਂ ਅੱਖਾਂ ਦੇ ਨਾਲ ਅੱਧਾ ਸੁੱਤਾ ਜਾਗਦਾ ਸਾਨੂੰ ਦੇਖ ਰਿਹਾ ਤੇ ਉਹ ਆਪਦੇ ਮਨ 'ਚ ਸਾਨੂੰ ਵੀ ਕੀ ਆ ਉੱਲੂ ਹੀ ਆਖਦਾ ਹੋਵੇਗਾ। ਗੁੜਕਦੇ ਕਬੂਤਰ ਕਿਵੇਂ ਘੇਰੇ ਕੱਢਦੇ, ਜਾਪਦਾ ਏ ਜਿਵੇਂ ਕੋਈ ਨਾਚ ਨੱਚਦੇ। ਹੁਣ ਇਹਦੇ ਵਿੱਚ ਕਵੀ ਦੇਖੋ ਕਹਿੰਦਾ ਵੀ ਜਿਹੜੇ ਕਬੂਤਰ ਨੇ ਗੁਟਕਦੇ ਮਤਲਬ ਗੁਟਕੂ ਗੂੰ ਕਰਦੇ, ਜਿਹੜੀ ਉਹਨਾਂ ਦੀ ਆਵਾਜ਼ ਆਉਂਦੀ ਹੁੰਦੀ ਹੈ ਗੁਟਰ ਗੂੰ, ਠੀਕ ਹੈ, ਉਹ ਕਬੂਤਰ ਕਿਵੇਂ ਘੇਰੇ ਕੱਢ ਰਹੇ ਹਨ, ਇੰਝ ਲੱਗਦਾ ਹੈ ਜਿਵੇਂ ਕੋਈ ਉਹ ਨਾਚ ਨੱਚ ਰਹੇ ਹੋਣ, ਠੀਕ ਹੈ, ਜਿਵੇਂ ਮਤਲਬ ਮੋਰ ਨਾਚ ਨੱਚਦਾ ਹੈ, ਪੈਲ ਪਾਉਂਦਾ ਹੈ, ਉਵੇਂ ਕੀ ਆ ਘੇਰੇ ਕੱਢ ਰਹੇ ਨੇ ਇਸ ਤਰ੍ਹਾਂ ਵੀ ਜਿਵੇਂ ਇੰਝ ਲੱਗਦਾ ਹੈ ਵੀ ਜਿਵੇਂ ਉਹ ਕੋਈ ਨਾਚ ਨੱਚ ਰਹੇ ਹੋਣ। ਪੰਛੀਆਂ ਦਾ ਰਾਜਾ ਮੋਰ ਪੈਲ ਪਾਵਦਾ, ਝੂਠ ਹੈ ਗੁਟਾਰਾਂ ਨਾਲ ਰੁੱਸ ਜਾਵਦਾ। ਕਹਿੰਦੇ ਵੀ ਜਿਹੜਾ ਪੰਛੀਆਂ ਦਾ ਰਾਜਾ ਹੈ, ਠੀਕ ਹੈ, ਇੱਥੇ ਮੋਰ ਨੂੰ ਕੀ ਹੈ ਪੰਛੀਆਂ ਦਾ ਰਾਜਾ ਕਿਹਾ ਗਿਆ। ਕਹਿੰਦੇ ਵੀ ਉਹ ਕੀ ਹੈ ਪੈਲ ਪਾ ਰਿਹਾ ਹੈ, ਇਹ ਗੱਲ ਬਿਲਕੁਲ ਝੂਠ ਹੈ ਕਿ ਉਹ ਗੁਟਾਰਾਂ ਨਾਲ ਨਾਰਾਜ਼ ਹੋ ਜਾਂਦਾ ਹੈ। ਕਹਿੰਦੇ ਝੂਠ ਹੈ ਗੁਟਾਰਾਂ ਨਾਲ ਰੁੱਸ ਜਾਵਦਾ। ਕਹਿੰਦੇ ਵੀ ਉਹ ਗੁਟਾਰਾਂ ਨਾਲ ਕਹਿੰਦੇ ਹੁੰਦੇ ਰੁੱਸ ਜਾਂਦਾ, ਪਰ ਇਹ ਕੀ ਹੈ ਬਿਲਕੁਲ ਝੂਠ ਹੈ ਵੀ ਜੇ ਉਹ ਕੀ ਆ ਗੁਟਾਰਾਂ ਨਾਲ ਨਹੀਂ ਰੁੱਸਦਾ। ਨਿੱਕੀ ਜਿਹੀ ਝੀਲ ਵਿੱਚ ਪੱਤੇ ਨੇ ਝੜੇ, ਬਗਲੇ ਭਗਤ ਵਿੱਚ ਕਿਵੇਂ ਨੇ ਖੜੇ। ਹੁਣ ਉੱਥੇ ਛੱਤਬੀੜ ਦੇ ਵਿੱਚ ਇਹ ਵੀ ਦੱਸਿਆ ਗਿਆ, ਕਹਿੰਦੇ ਵੀ ਇੱਕ ਛੋਟੀ ਜਿਹੀ ਝੀਲ ਹੈ, ਠੀਕ ਹੈ, ਛੋਟੀ ਜਿਹੀ ਝੀਲ ਦੇ ਵਿੱਚ, ਠੀਕ ਹੈ, ਪੱਤੇ ਆ ਜਿਹੜੇ ਉਹ ਵੀ ਝੜੇ ਪਏ ਨੇ ਤੇ ਬਗਲੇ ਭਗਤ ਵਿੱਚ ਕਿਵੇਂ ਖੜੇ ਨੇ, ਠੀਕ ਹੈ, ਤੇ ਜਿਹੜੇ ਬਗਲੇ ਨੇ ਭਗਤ ਬਣ ਕੇ ਉਹ ਵੀ ਕੀ ਆ ਵਿੱਚ ਖੜੇ ਹੋਏ ਨੇ, ਠੀਕ ਹੈ। ਇਕੱਲਾ ਤੇ ਉਦਾਸ ਕੁੱਕੜ ਇੱਕ ਜੰਗਲੀ, ਵੇਖਣ ਹੀ ਵਾਲੀ ਇਹਦੀ ਦਿੱਖ ਰੰਗਲੀ। ਹੁਣ ਕਹਿੰਦੇ ਵੀ ਮਤਲਬ ਜਿਹੜਾ ਇੱਕ ਕੁੱਕੜ ਸੀਗਾ ਜੰਗਲੀ ਕੁੱਕੜ, ਠੀਕ ਹੈ, ਉਹ ਕਹਿੰਦੇ ਕਿਵੇਂ ਉਦਾਸ ਦਿਖ ਰਿਹਾ ਸਾਰੇ ਪੰਛੀਆਂ ਦੇ ਵਿੱਚੋਂ, ਦੱਸਦੇ ਉਹਦੇ ਬਾਰੇ। ਕਹਿੰਦੇ ਉਹ ਉਦਾਸ ਦਿਖ ਰਿਹਾ, ਉਸਦੀ ਰੰਗਲੀ ਦਿੱਖ ਦੇਖਣ ਵਾਲੀ ਹੈ। ਲੂੰਬੜੀ ਨੂੰ ਵੇਖ ਬਾਤ ਯਾਦ ਆਉਂਦੀ ਏ, ਕਾਵਾਂ ਨੂੰ ਗਵਈਆ ਆਖ ਠੱਗ ਜਾਂਦੀ ਹੈ। ਹੁਣ ਇਹਦੇ ਵਿੱਚ ਕਵੀ ਕੀ ਕਹਿੰਦਾ ਵੀ ਬੱਚਿਆਂ ਨੂੰ ਦੱਸਦਾ ਹੈ ਕਿ ਛੱਤਬੀੜ ਚਿੜੀਆ ਘਰ ਦੇ ਵਿੱਚ ਕੀ ਹੈ ਇੱਕ ਲੂੰਬੜੀ ਵੀ ਹੈ, ਠੀਕ ਹੈ। ਲੂੰਬੜੀ ਨੂੰ ਦੇਖ ਕੇ ਕਹਿੰਦੇ ਉਹ ਗੱਲ ਯਾਦ ਆ ਜਾਂਦੀ ਆ ਕਿ ਜਦੋਂ ਉਸਨੇ ਕਾਂ ਨੂੰ ਇੱਕ ਗਾਉਣ ਵਾਲਾ ਆਖ ਕੇ ਉਸਨੂੰ ਕੀ ਸੀ ਠੱਗ ਲਿਆ ਸੀ, ਠੀਕ ਹੈ, ਵੀ ਉਸਨੇ ਕਾਂ ਨੂੰ ਕਿਹਾ ਸੀਗਾ ਕਾਂ ਵੀਰ ਮੈਨੂੰ ਕੋਈ ਗੀਤ ਸੁਣਾ, ਠੀਕ ਹੈ, ਉਸ ਤੋਂ ਰੋਟੀ ਦਾ ਟੁਕੜਾ ਲੈਣ ਦੇ ਲਈ, ਤਾਂ ਉਹਨੇ ਕਿਹਾ ਉਸਨੂੰ ਇਸ ਤਰ੍ਹਾਂ ਠੱਗ ਲਿਆ ਸੀਗਾ। ਸਹੇ ਖਰਗੋਸ਼ ਲੰਮੀ ਛਾਲ ਮਾਰਦੇ, ਕਦੇ ਕਦੇ ਭਾਵੇਂ ਕੱਛੂ ਕੋਲੋਂ ਹਾਰਦੇ। ਹੁਣ ਦੇਖੋ ਬੇਟਾ ਸਹੇ ਤੇ ਖਰਗੋਸ਼ ਬੇਟਾ ਇੱਕੋ ਜਿਹੇ ਹੁੰਦੇ ਆ, ਠੀਕ ਹੈ। ਕਹਿੰਦੇ ਵੀ ਮਤਲਬ ਸਹੇ ਤੇ ਖਰਗੋਸ਼ ਛਾਲਾਂ ਭਾਵੇਂ ਲੰਮੀਆਂ ਲੰਮੀਆਂ ਮਾਰਦੇ ਨੇ, ਪਰ ਉਹ ਕੀ ਆ ਹੌਲੀ ਹੌਲੀ ਚੱਲਣ ਵਾਲੇ ਕੱਛੂ ਕੋਲੋਂ ਵੀ ਹਾਰ ਜਾਂਦੇ ਨੇ, ਠੀਕ ਹੈ। ਉਹ ਤੁਹਾਨੂੰ ਪਤਾ ਹੀ ਹੈ ਕਿਵੇਂ ਹਾਰ ਜਾਂਦੇ, ਤੁਸੀਂ ਸੁਣੀ ਹੋਏਗੀ ਕੱਛੂ ਤੇ ਖਰਗੋਸ਼ ਵਾਲੀ ਕਹਾਣੀ, ਠੀਕ ਹੈ। ਉਸ ਤੋਂ ਅੱਗੇ ਦੇਖੋ ਪੰਛੀਆਂ ਨੂੰ ਕੈਦ ਭੁੱਲ ਕੇ ਨਾ ਕਰਨਾ, ਪਿੰਜਰੇ 'ਚ ਰਹਿਣ ਨਾਲੋਂ ਚੰਗਾ ਮਾਰਨਾ। ਤਾਂ ਕਵੀ ਕੀ ਸਮਝਾਉਂਦਾ ਇੱਥੇ ਅੰਤ ਦੇ ਵਿੱਚ, ਕਹਿੰਦਾ ਕਿ ਪੰਛੀਆਂ ਨੂੰ ਭੁੱਲ ਕੇ ਵੀ ਕੈਦ ਨਹੀਂ ਕਰਨਾ ਚਾਹੀਦਾ, ਕਿਉਂਕਿ ਪਿੰਜਰੇ ਵਿੱਚ ਕੈਦ ਰਹਿਣ ਨਾਲੋਂ ਕੀ ਆ ਮਰ ਜਾਣਾ ਹੀ ਚੰਗਾ ਹੈ, ਠੀਕ ਹੈ। ਪੰਛੀਆਂ ਨੂੰ ਕਦੇ ਵੀ ਪਿੰਜਰਿਆਂ ਦੇ ਵਿੱਚ ਕੈਦ ਨਹੀਂ ਕਰਨਾ ਚਾਹੀਦਾ। ਤਾਂ ਬੇਟਾ ਮੈਨੂੰ ਉਮੀਦ ਆ ਕਿ ਤੁਹਾਨੂੰ ਕਵਿਤਾ ਸਾਰੀ ਸਮਝ ਆ ਗਈ ਹੋਵੇਗੀ। ਨੈਕਸਟ ਬੇਟੇ ਸ਼ਬਦ ਅਰਥ ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਰੀਡ ਕਰ ਲੈਣਾ। ਓਕੇ ਬੱਚੇ, ਥੈਂਕ ਯੂ।